ਯੂਐਸਏ ਦੇ ਸਾਰੇ ਦਰਸ਼ਕਾਂ ਨੂੰ ਸਵਰਾਜ ਸਿੰਘ ਚੀਮਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਸਾਰੇ ਜਾਣਦੇ ਹੀ ਹੋ ਕਿ ਯੂਕੇ ਦੇ ਵਿੱਚ 21 ਮਾਰਚ 2021 ਨੂੰ ਜੋ ਸੈਂਸਸ ਹੋਣ ਜਾ ਰਿਹਾ ਹੈ, ਜਿਹਨੂੰ ਕਿ ਅਸੀਂ ਪੰਜਾਬੀ ਵਿੱਚ ਮਰਦਮਸ਼ੁਮਾਰੀ ਵੀ ਕਹਿੰਦੇ ਹਾਂ। ਇਹਦੇ ਵਿੱਚ ਕਈ ਤਰ੍ਹਾਂ ਦਾ ਡਾਟਾ ਜਿਹੜਾ ਹੈ ਸਾਰੀ ਪੋਪੂਲੇਸ਼ਨ ਤੋਂ ਕਲੈਕਟ ਕੀਤਾ ਜਾਂਦਾ ਹੈ ਤੇ ਉਹਨਾਂ ਨੂੰ ਜਿਹੜੇ ਆਪਣੀ ਕਮਿਊਨਿਟੀਜ਼ ਵਾਸਤੇ ਉਹਦੇ ਜੋ ਬੈਨੀਫਿਟ ਵਾਸਤੇ ਔਰ ਜੋ ਗਵਰਨਮੈਂਟ ਦੇ ਫਿਊਚਰ ਦੀ ਜਿਹੜੇ ਪਾਲਿਸੀਜ਼ ਹੁੰਦੀਆਂ ਨੇ ਉਹ ਬਣਾਈਆਂ ਜਾਂਦੀਆਂ ਨੇ। ਅੱਜ ਸਾਡੇ ਨਾਲ ਆਫਿਸ ਆਫ ਨੈਸ਼ਨਲ ਸਟੈਟਿਸਟਿਕਸ ਤੋਂ ਸੁਸ਼ੀਲ ਕੌਰ ਚੌਧਰੀ ਜੀ ਜੁੜੇ ਹੋਏ ਨੇ, ਜਿਹੜੇ ਕਿ ਸਾਨੂੰ ਜੋ ਵੀ ਇਸ ਕੰਸੈਂਸਸ ਦੇ ਸਾਰੇ ਸਟੈਪਸ ਔਰ ਉਹਦੇ ਬਾਰੇ ਹੋਰ ਜਾਣਕਾਰੀ ਦੇਣਗੇ। ਸੁਸ਼ੀਲ ਕੌਰ ਜੀ, ਸਵਾਗਤ ਹੈ ਤੁਹਾਡਾ। ਹਾਂਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ। ਮੇਰਾ ਨਾਮ ਸੁਸ਼ੀਲ ਚੌਧਰੀ ਹੈ ਤੇ ਮੈਂ ONS ਆਫਿਸ ਆਫ ਨੈਸ਼ਨਲ ਸਟੈਟਿਸਟਿਕਸ ਨਾਲ ਐਜ਼ ਅ ਕਮਿਊਨਿਟੀ ਐਡਵਾਈਜ਼ਰ ਫॉर ਇੰਡੀਅਨ ਕਮਿਊਨਿਟੀ ਕੰਮ ਕਰ ਰਹੀ ਹਾਂ। ਮੈਂ ਸਿੱਖ ਕਮਿਊਨਿਟੀ ਵਾਸਤੇ ਚੂਜ਼ ਕੀਤੀ ਗਈ ਸੀ, ਲੇਕਿਨ ਫਿਰ ਮੈਂ ਸਾਰੀ ਇੰਡੀਅਨ ਕਮਿਊਨਿਟੀਜ਼ ਨੂੰ ਹੁਣ ਰਿਪਰੈਜ਼ੈਂਟ ਕਰ ਰਹੀ ਹਾਂ ਹੰਸਲੋ ਤੇ ਹਿਲਿੰਗਡਨ ਵਿੱਚ। ਬਟ ਜਿਸ ਤਰ੍ਹਾਂ ਹੁਣ ਟਾਈਮ ਨੇੜੇ ਆਈ ਜਾ ਰਿਹਾ, ਹੁਣ ਦੂਸਰੇ ਬੋਰੋਜ਼ ਵਿੱਚ ਵੀ ਸਾਡੇ ਯੂਕੇ ਦੇ ਉਹਨਾਂ ਨੂੰ ਹੈਲਪ ਚਾਹੀਦੀ ਹੈ ਕਿ ਅਸੀਂ ਸਿੱਖ ਕਮਿਊਨਿਟੀ ਨੂੰ ਇੰਗੇਜ ਕਰੀਏ। ਸੋ ਅੱਜ ਮੈਂ ਕ੍ਰੋਇਡਨ ਗੁਰਦੁਆਰੇ ਨਾਲ ਗੱਲ ਕਰ ਰਹੀ ਹਾਂ। ਸਵਾਗਤ ਹੈ ਜੀ। ਮੇਰਾ ਪਹਿਲਾ ਸਵਾਲ ਹੈ ਜੀ ਕਿ ਜਿਹੜਾ ਸੈਂਸਸ ਹੋਣ ਜਾ ਰਿਹਾ ਕੀ ਇਹ ਜ਼ਰੂਰੀ ਹੈ? ਕਿ ਸਾਰਿਆਂ ਨੂੰ ਭਰਨਾ ਜ਼ਰੂਰੀ ਹੈ ਕਿ ਤੁਸੀਂ ਛੱਡ ਸਕਦੇ ਹੋ ਜਾਂ ਇਗਨੋਰ ਕਰ ਸਕਦੇ ਹੋ? ਨਹੀਂ, ਇਹ ਮੈਂਡੇਟਰੀ ਹੈ। ਜਿਹੜੇ ਵੀ ਬੰਦੇ ਯੂਕੇ ਵਿੱਚ ਰਹਿ ਰਹੇ ਨੇ 21 ਮਾਰਚ ਨੂੰ ਸਾਰਿਆਂ ਨੂੰ ਪੜ੍ਹਨਾ ਹੈ। ਦ ਰੀਜ਼ਨ ਹੈ ਕਿ ਜਦੋਂ ਤੁਸੀਂ ਇੱਥੇ ਰਹਿੰਦੇ ਹੋ, ਤੁਹਾਨੂੰ ਆਪਣਾ ਡੇਟਾ ਕਿੰਨੇ ਬੰਦੇ ਨੇ ਤੁਹਾਡੇ ਘਰ ਵਿੱਚ, ਕਿ ਤੁਸੀਂ ਕਿਹੜੀ ਲੈਂਗੁਏਜ ਬੋਲਦੇ ਹੋ, ਸਾਰਾ ਕੁਝ ਤੁਹਾਨੂੰ ਦੇਣਾ ਹੈ ਤੇ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਦਿਓ। ਅਗਰ ਨਹੀਂ ਫਿਲ ਕਰੋਗੇ ਫਿਰ ਤੁਹਾਨੂੰ ਫਾਈਨ ਵੀ ਹੋ ਸਕਦਾ ਹੈ ਜਾਂ ਕੋਰਟ ਲੈ ਕੇ ਜਾ ਸਕਦੇ। ਦੂਸਰਾ ਸਵਾਲ ਹੈ ਜੀ ਕਿ ਇਹ ਜੋ ਸੈਂਸਸ ਹੈ ਜਾਂ ਸਰਵੇ ਹੈ ਕਿ ਇਹ 21 ਤਰੀਕ ਨੂੰ ਹੀ ਕਰਨਾ ਜਾਂ ਅੱਗੇ ਪਿੱਛੇ ਵੀ ਹੋ ਸਕਦਾ? ਅਗਰ ਮੈਂ ਬਿਜ਼ੀ ਹਾਂ, ਮੈਂ ਮਾਰਨਿੰਗ ਸ਼ਿਫਟ ਵੀ ਹਾਂ, ਮੈਂ ਨਾਈਟ ਸ਼ਿਫਟ ਬੱਚਿਆਂ ਨੂੰ ਹੋ ਰਿਹਾ, ਮੇਰੇ ਕੋਲ ਟਾਈਮ ਹੀ ਨਹੀਂ ਬਚਿਆ, ਇਹਦਾ ਕੋਈ ਟਾਈਮ ਸਕੇਲ ਹੈ ਜਾਂ ਅੱਗੇ ਪਿੱਛੇ ਹੋ ਸਕਦਾ ਜੀ? ਨਹੀਂ, ਤੁਸੀਂ ਨੈਕਸਟ ਵੀਕ ਤੋਂ ਸਾਰੇ ਹਾਊਸ ਹੋਲਡਸ ਨੂੰ ਐਕਸੈਸ ਕੋਡਸ ਆਉਣਗੇ, ਕਿਉਂਕਿ ਇਹ ਫਸਟ ਟਾਈਮ ਡਿਜੀਟਲ ਫਸਟ ਹੈ ਤੇ ਤੁਹਾਨੂੰ ਜਦੋਂ ਐਕਸੈਸ ਕੋਡਸ ਮਿਲਣਗੇ ਤੁਸੀਂ ਸ਼ੁਰੂ ਕਰ ਸਕਦੇ ਹੋ ਅਪਲਾਈ ਕਰਨਾ, ਮੀਨਸ ਫਿਲ ਕਰਨਾ ਤੇ ਬਟ ਯੂ ਕੈਨ ਸਬਮਿਟ ਤੁਸੀਂ 21 ਮਾਰਚ ਨੂੰ ਕਰੋਗੇ। ਸੋ ਤੁਹਾਨੂੰ ਮੀਨਸ ਅਗਰ 1 ਮਾਰਚ ਨੂੰ ਐਕਸੈਸ ਕੋਡ ਆਉਂਦਾ ਹੈ, ਤੁਸੀਂ ਕਹਿੰਦੇ ਚਲੋ ਮੈਂ ਪੜ੍ਹਨਾ ਸ਼ੁਰੂ ਕਰ ਦੇਣਾ ਵਾ, ਕਿਉਂਕਿ ਇਹ ਕਾਫੀ ਲੰਬਾ ਫਾਰਮ ਹੈ। ਸੋ ਔਰ ਡਿਪੈਂਡਿੰਗ ਕਿ ਤੁਹਾਡੇ ਹਾਊਸ ਹੋਲਡ ਵਿੱਚ ਕਿੰਨੇ ਬੰਦੇ ਨੇ, ਤੁਸੀਂ ਸਾਰਿਆਂ ਦੀ ਇਨਫੋਰਮੇਸ਼ਨ ਭਰਨੀ ਹੈ। ਸੋ ਉਹ ਟਾਈਮ ਲਏਗਾ, ਅੱਧਾ ਘੰਟਾ ਪੌਣਾ ਘੰਟਾ ਵੀ ਹੋ ਸਕਦਾ ਹੈ। ਸੋ ਤੁਸੀਂ ਸ਼ੁਰੂ ਕਰ ਸਕਦੇ ਹੋ ਵਿੱਚ, ਤੁਸੀਂ ਅਗਰ ਸਾਰਾ ਖਤਮ ਨਹੀਂ ਹੋਇਆ ਫਿਰ ਤੁਸੀਂ ਵਾਪਸ ਆ ਸਕਦੇ ਹੋ ਉਹਨੂੰ ਫਿਲ ਕਰਨ ਵਾਸਤੇ। ਸੋ ਬਟ ਬਾਈ 21 ਮਾਰਚ ਤੁਸੀਂ ਇਹ ਸਾਰਾ ਫਿਲ ਕਰਕੇ ਸਬਮਿਟ ਕਰਨਾ। ਦੂਸਰੀ ਗੱਲ ਹੈ ਜੀ, ਅਗਰ ਮੈਂ ਇਹਨੂੰ ਭਰਨਾ ਸ਼ੁਰੂ ਕਰ ਦਿੱਤਾ ਔਰ ਮੈਨੂੰ ਸਮਝ ਨਹੀਂ ਆਇਆ ਕੁਝ ਚੀਜ਼ਾਂ, ਕਿ ਮੈਂ ਖਾਲੀ ਛੱਡ ਕੇ ਨਹੀਂ ਸਮਝਿਆ ਇਹਨੂੰ ਛੱਡ ਕੇ ਸਬਮਿਟ ਕਰ ਸਕਦਾ? ਨਹੀਂ, ਤੇ ਸਾਰੇ ਕੁਐਸਚਨਸ ਮੈਂਡੇਟਰੀ ਨੇ। ਤੁਸੀਂ ਉਹਨਾਂ ਨੂੰ ਤੁਸੀਂ ਅਗਰ ਜਦੋਂ ਸਬਮਿਟ ਕਰਨ ਜਾਓਗੇ ਉਹ ਤੁਹਾਨੂੰ ਹਾਈਲਾਈਟ ਕਰੇਗਾ ਕਿ ਤੁਸੀਂ ਇਹ ਕੁਐਸਚਨ ਨਹੀਂ ਭਰਿਆ। ਸੋ ਸਾਰੇ ਕੁਐਸਚਨਸ ਪੜ੍ਹਨੇ ਪਾਂਗੇ। ਔਰ ਅਗਰ ਕੋਈ ਤੁਹਾਨੂੰ ਕਨਫਿਊਜ਼ਨ ਹੈ ਤੇ ਹੈਲਪ ਲਾਈਨਸ ਅਵੇਲੇਬਲਸ ਨੇ, ਜਾਂ ਤੁਸੀਂ ਵੈਬਸਾਈਟ ਤੇ ਵੀ ਅਗਰ ਜਾਓ ਸੈਂਸਰ ਦੇ, ਉੱਥੇ ਕਾਫੀ ਇਨਫੋਰਮੇਸ਼ਨ ਹੈਗੀ ਹੈ ਕਿ ਤੁਹਾਨੂੰ ਜਿਹੜੀ ਵੀ ਕਨਫਿਊਜ਼ਨ ਹੈ ਉਹ ਤੁਸੀਂ ਉਹ ਦੇਖ ਸਕਦੇ ਹੋ। ਤੁਸੀਂ ਸ਼ੁਰੂ ਦੇ ਵਿੱਚ ਇੱਕ ਬੜੀ ਵਧੀਆ ਗੱਲ ਕੀਤੀ ਕਿ ਜਿਹੜੇ ਵੀ ਲੋਕ ਇੰਗਲੈਂਡ ਦੇ ਵਿੱਚ ਜਾਂ ਯੂਨਾਈਟਿਡ ਕਿੰਗਡਮ ਦੇ ਵਿੱਚ, ਜਿਹਦੇ ਵਿੱਚ ਇੰਗਲੈਂਡ, ਸਕਾਟਲੈਂਡ, ਆਇਰਲੈਂਡ ਇਹ ਸਾਰੇ ਔਰ ਵੇਲਸ ਆ ਜਾਂਦੇ ਨੇ, ਉਹਨਾਂ ਨੂੰ ਭਰਨਾ ਜ਼ਰੂਰੀ ਹੈ। ਜਦੋਂ ਤੁਸੀਂ ਕਿਹਾ ਕਿ ਸਾਰੇ ਬੰਦੇ ਜਿਹੜੇ ਰਹਿ ਰਹੇ ਨੇ, ਕਿ ਉਹਨਾਂ ਦੇ ਵਿੱਚ ਜਿਹੜੇ ਬੰਦੇ ਜਿਹੜੇ ਕੋ ਓਵਰਸਟੇ ਹੋ ਚੁੱਕੇ ਨੇ, ਕਿ ਡਿਊ ਟੂ ਆਪਣੇ ਪਰਸਨਲ ਸਰਕਮਸਟੈਂਸਿਸ ਕਰਕੇ, ਕਈ ਰੀਜ਼ਨ ਕਰਕੇ ਉਹਨਾਂ ਕੋਲ ਪੇਪਰ ਨਹੀਂ ਹੈ ਪਰ ਉਹ ਰਹਿ ਰਹੇ ਨੇ, ਕਿ ਉਹ ਵੀ ਭਰ ਸਕਦੇ ਨੇ ਜਾਂ ਉਹਨਾਂ ਨੂੰ ਵੀ ਭਰਨਾ ਜ਼ਰੂਰੀ ਹੈ? ਜੀ ਹਾਂਜੀ, ਉਹਨਾਂ ਨੂੰ ਵੀ ਭਰਨਾ ਜ਼ਰੂਰੀ ਹੈ। ਔਰ ਮੈਨੂੰ ਪਤਾ ਹੈ ਕਿ ਉਹਨਾਂ ਨੂੰ ਨੈਚੁਰਲੀ ਇਨਸਿਕਿਉਰਿਟੀ ਹੋਏਗੀ ਕਿ ਅਸੀਂ ਪੜਾਂਗੇ, ਕੱਲ ਹੋਮ ਆਫਿਸ ਵਾਲੇ ਆ ਕੇ ਸਾਨੂੰ ਪਿਕ ਕਰ ਲਾਂਗੇ, ਸਾਨੂੰ ਵਾਪਸ ਭੇਜ ਦਾਂਗੇ ਜਾਂ ਸਾਨੂੰ ਚਾਰਜ ਕਰ ਦਾਂਗੇ।
ਉਹ ਯੂ ਕੈਨ ਡਰਨ ਦੀ ਲੋੜ ਨਹੀਂ ਹੈ, ਕਿਉਂਕਿ ਇਹ ਜਿਹੜੀ ਇਨਫੋਰਮੇਸ਼ਨ ONS ਕਲੈਕਟ ਕਰ ਰਹੀ ਹੈ, ਇਹ ਕਿਸੇ ਨੂੰ ਮੀਨਸ ਪਰਸਨਲ ਇਨਫੋਰਮੇਸ਼ਨ ਕਿਸੇ ਨੂੰ ਨਹੀਂ ਦੀ ਜਾਂਦੀ। ਜਿਹੜੀ ਇਨਫੋਰਮੇਸ਼ਨ ਹੈ ਉਹ ਸਿਰਫ ਕਿ ਯੂ ਕੈਨ ਇਸ ਘਰ ਵਿੱਚ ਇੰਨੇ ਬੰਦੇ ਰਹਿੰਦੇ ਨੇ, ਔਰ ਯੂ ਕੈਨ ਉਹਨਾਂ ਦੀ ਮੀਨਸ ਹਿੰਦੂ ਨੇ, ਪੰਜਾਬੀ ਨੇ, ਸਿੱਖ ਨੇ ਜਾਂ ਚਾਈਨੀਜ਼ ਨੇ, ਪਰ ਕੋਈ ਪਰਸਨਲ ਇਨਫੋਰਮੇਸ਼ਨ ਨਹੀਂ ਜਾਏਗੀ ਉਹਨਾਂ ਕੋਲ ਕਿ ਇਹ ਬੰਦਾ ਯੂ ਕੈਨ ਇੱਥੇ ਓਵਰਸਟੇ ਕਰ। ਸੋ ਤੁਸੀਂ ਤੁਹਾਡੇ ਕਹਿਣ ਦੇ ਮੁਤਾਬਕ ਜਿਹੜੇ ਜਿਨ੍ਹਾਂ ਕੋਲ ਪੇਪਰ ਨਹੀਂ ਆ, ਅਸੀਂ ਉਹਨਾਂ ਨੂੰ ਗੱਲ ਕਰੀਏ, ਕਿਉਂਕਿ ਜਿਨ੍ਹਾਂ ਕੋਲ ਪੇਪਰਸ ਹੈ ਉਹਨਾਂ ਲਈ ਤਾਂ ਸਾਰੇ ਦਰਵਾਜ਼ੇ ਖੋਲ੍ਹੇ, ਉਹਨਾਂ ਨੂੰ ਹਰ ਤਰੀਕੇ ਦਾ ਸਵਾਲ ਦਾ ਜਵਾਬ ਮਿਲ ਜਾਣਾ। ਪਰ ਜਿਨ੍ਹਾਂ ਕੋਲ ਪੇਪਰ ਨਹੀਂ ਹੈਗੇ, ਚਲੋ ਅਸੀਂ ਅੱਜ ਦਾ ਪ੍ਰੋਗਰਾਮ ਉਹਨਾਂ ਤੇ ਕੰਸਨਟਰੇਟ ਕਰਦੇ ਹਾਂ। ਤੁਹਾਡੇ ਕਹਿਣ ਦੇ ਮੁਤਾਬਕ ਅਗਰ ਉਹਨਾਂ ਨੂੰ ਫਿਲ ਕਰਨਾ ਜ਼ਰੂਰੀ ਹੈ, ਅਗਰ ਉਹ ਫਿਲ ਕਰਦੇ ਨੇ ਤਾਂ ਉਹਨਾਂ ਦੀ ਜਿਹੜੀ ਇਨਫੋਰਮੇਸ਼ਨ ਹੈ ਉਹ ਹੋਮ ਆਫਿਸ ਦੇ ਨਾਲ ਸ਼ੇਅਰ ਨਹੀਂ ਕੀਤੀ ਜਾਵੇਗੀ। ਪਰ ਕੀ ਇਹ ਇਨਫੋਰਮੇਸ਼ਨ ਕਿਸੇ ਟਾਈਮ ਤੇ ਜਾ ਕੇ 2 ਸਾਲ 3 ਸਾਲ ਬਾਅਦ ਕਿਸੇ ਥਰਡ ਪਾਰਟੀ ਏਜੰਸੀ ਨਾਲ ਕੀ ਵੀ ਸ਼ੇਅਰ ਕਰਨਗੇ, ਜਾਂ ਹੋਮ ਆਫਿਸ ਉਹਨਾਂ ਤੋਂ ਮੰਗ ਸਕਦਾ ਕਿ ਨਹੀਂ ਸਾਨੂੰ ਦਵੋ, ਜਾਂ ਕੀ ਹੋਮ ਆਫਿਸ ਉਹਨਾਂ ਦੀ ਪਹਿਚਾਣ ਕਰ ਸਕਦਾ? ਨਹੀਂ, ਬਿਲਕੁਲ ਨਹੀਂ। ਇਹ ਜਿਹੜੀ ਇਨਫੋਰਮੇਸ਼ਨ ਹੈ ਇਹ 100 years ਤੱਕ ਨਹੀਂ ਦੇ ਜਾਏਗੀ। ਸੋ ਯੂ ਕੈਨ ਉਹ ਹੁਣ ਜਿਹੜਾ ਯੂ ਕੈਨ ਜਦੋਂ ਫਸਟ ਸੈਂਸਸ ਹੋਇਆ ਸੀਗਾ, ਉਹ ਯੂ ਕੈਨ ਜਿਹੜਾ ਡੇਟਾ ਹੈ ਉਹ ਹੁਣ ਇਹ ਸਾਲ ਯੂ ਕੈਨ ਪਬਲਿਸ਼ ਹੋਏਗਾ। ਸੋ ਯੂ ਕੈਨ ਜਿਹੜੀ ਇਹ ਸਾਲ ਦੀ ਯੂ ਕੈਨ ਇਨਫੋਰਮੇਸ਼ਨ ਹੈ, ਇਹਦਾ ਡੇਟਾ 100 ਸਾਲਾਂ ਬਾਅਦ you can publish ਹੋਏਗਾ। ਸੋ you can ਇਹਦੀ ਇਨਫੋਰਮੇਸ਼ਨ ਕਿਸੇ ਨੂੰ ਨਹੀਂ ਦੇ ਜਾਏਗੀ, ਨਾ ਗਵਰਨਮੈਂਟ ਨੂੰ, ਨਾ ਕਿਸੇ ਏਜੰਸੀ ਨੂੰ। ਸੋ ਤੁਹਾਡੇ ਕਹਿਣ ਦੇ ਮੁਤਾਬਕ ਜਿਹੜੀ ਇਨਫੋਰਮੇਸ਼ਨ ਇਕੱਠੀ ਕੀਤੀ ਜਾਂਦੀ ਹੈ, ਇਹ ਜਿਹੜੀ ਪਬਲਿਕ ਡੋਮੇਨ ਹੁੰਦੀ ਹੈ ਜਾਂ ਆਮ ਲੋਕਾਂ ਨੂੰ ਅਵੇਲੇਬਲ ਹੁੰਦੀ ਹੈ, ਇਹ 100 ਸਾਲ ਬਾਅਦ ਅਵੇਲੇਬਲ ਹੁੰਦੀ ਹੈ ਜੋ ਗਵਰਨਮੈਂਟ ਦੀ ਪਾਲਿਸੀਜ਼ ਹੈ। ਠੀਕ ਹੈ ਜੀ। ਇਸ ਦੇ ਨਾਲ ਇੱਕ ਹੋਰ ਸਵਾਲ ਜੁੜਿਆ ਕਿ ਅਗਰ ਮੰਨ ਲਓ ਟੈਸਟ ਸਬਜੈਕਟ ਲੈ ਲਓ ਕਿ ਮੇਰੇ ਕੋਲ ਕੋਈ ਪੇਪਰ ਨਹੀਂ ਹੈ, ਮੈਂ ਇੱਥੇ ਰਹਿ ਰਿਹਾ, ਮੈਂ ਜੇ ਇਹ ਭਰਦਾ ਵਾਂ ਤਾਂ ਮੈਨੂੰ ਉਹਦਾ ਫਾਇਦਾ ਕੀ? ਮੈਨੂੰ ਇੰਨਾ ਟਾਈਮ ਖਰਾਬ ਕਰਨਾ, ਮੈਂ ਦਿਹਾੜੀ ਲੈਣ ਜਾਵਾਂ, ਐਵੇਂ ਅਨਨੈਸੈਸਰੀ ਹੈ, ਮੈਂ ਟਾਈਮ ਖਰਾਬ ਕਰਾਂ, ਮੈਨੂੰ ਉਹ 'ਚੋਂ ਕੀ ਕੱਢਣ ਪਾਉਣ ਨੂੰ ਕੀ ਮਿਲੇਗਾ? ਮੇਰੇ ਵਾਸਤੇ ਕੀ ਹੈ? ਤੁਸੀਂ ਇੱਥੇ ਰਹਿ ਰਹੇ ਹੋ, ਤੁਸੀਂ ਜਿਹੜੀ ਇੱਥੇ ਸਹੂਲਤਾਂ ਨੇ, ਜਿਸ ਤਰ੍ਹਾਂ ਪਬਲਿਕ ਟਰਾਂਸਪੋਰਟ ਹੈ, ਤੁਸੀਂ ਯੂਜ਼ ਕਰ ਰਹੇ ਹੋ। ਅਗਰ ਤੁਹਾਡੇ ਕੋਲ ਬੱਚੇ ਨੇ ਉਹ ਸਕੂਲਸ ਵਿੱਚ ਜਾਂਦੇ ਪਏ, ਤੁਸੀਂ ਜਦੋਂ ਬਿਮਾਰ ਹੁੰਦੇ ਤੁਸੀਂ ਡਾਕਟਰ ਕੋਲ ਵੀ ਜਾਂਦੇ ਹੋ। ਸੋ ਇਹ ਸਾਰੀਆਂ ਚੀਜ਼ਾਂ ਤੁਸੀਂ ਯੂਜ਼ ਕਰ ਰਹੇ ਹੋ। ਸੋ ਜਦੋਂ ਤੁਸੀਂ ਆਪਣੀ ਇਨਫੋਰਮੇਸ਼ਨ ਦਿੰਦੇ ਹੋ, ਉਸ ਬੋਰੋ ਵਿੱਚ ਫਿਰ ਪਤਾ ਚੱਲਦਾ ਹੈ ਕਿ ਗਵਰਨਮੈਂਟ ਨੇ ਕਿੰਨੇ ਬੰਦੇ ਰਹਿ ਰਹੇ ਨੇ, ਉਹਨਾਂ ਨੂੰ ਕੀ ਜ਼ਰੂਰਤਾਂ ਨੇ, ਉਹਨਾਂ ਕੀ ਘੱਟ ਹੈ। ਹੁਣ ਜਿਸ ਤਰ੍ਹਾਂ ਕਈ ਜਗ੍ਹਾ ਹੁਣ ਅਗਰ ਜਿਸ ਤਰ੍ਹਾਂ ਕੋਵਿਡ ਆਇਆ, ਅਗਰ ਇਹ ਸੈਂਸਸ ਲਾਸਟ ਈਅਰ ਹੋਇਆ ਹੁੰਦਾ, I think ਅਸੀਂ ਐਜ਼ ਏ ਕੰਟਰੀ ਬੈਟਰ ਉਹਦੇ ਨਾਲ ਅਸੀਂ ਰਿਐਕਟ ਕਰਨਾ ਸੀਗਾ, ਕਿਉਂਕਿ ਸਾਡੇ ਕੋਲ ਜਿਹੜਾ ਹੁਣ ਡੇਟਾ ਹੈਗਾ ਇਸ ਵਕਤ ਉਹ 10 ਸਾਲ ਪੁਰਾਣਾ ਹੈ। ਸੋ ਅਗਰ ਉਹ ਲਾਸਟ ਈਅਰ ਹੋਇਆ ਹੁੰਦਾ ਤੇ ਸਾਡੇ ਕੋਲ ਐਟਲੀਸਟ ਡੇਟਾ ਹੁੰਦਾ ਦੇਣ ਵਾਸਤੇ ਕਿ ਹਾਂ ਇੰਨੇ ਬੰਦੇ ਹੈਗੇ ਨੇ ਇਸ ਏਰੀਆ ਵਿੱਚ। ਸੋ ਤੁਹਾਡੇ ਕੋਲ ਪੇਪਰ ਹੈਗੇ ਨਹੀਂ ਹੈਗੇ, ਦੈਟਸ it doesn't make any difference, ਕਿਉਂਕਿ ਤੁਸੀਂ ਸਹੂਲਤਾਂ ਜਿਹੜੀਆਂ ਹੈਗੀਆਂ ਤੁਸੀਂ ਸਾਰੀਆਂ ਯੂਜ਼ ਕਰ। ਤੁਸੀਂ ਕੰਮ ਤੇ ਜਾਣਾ, ਤੁਸੀਂ ਪਬਲਿਕ ਟਰਾਂਸਪੋਰਟ ਯੂਜ਼ ਕਰਦੇ ਹੋ, ਜਾਂ ਆਪਣੀ ਗੱਡੀ ਵੀ ਹੋਵੇ, ਤੁਸੀਂ ਦੱਸ ਸਕਦੇ ਹੋ ਕਿ ਮੇਰੇ ਕੋਲ ਗੱਡੀ ਹੈਗੀ ਹੈ। ਬਟ ਬੱਚਿਆਂ ਨੇ ਸਕੂਲ ਵੀ ਜਾਣਾ ਹੈ, ਤੇ ਤੁਸੀਂ ਸੁਪਰਮਾਰਕੀਟਸ ਵੀ ਯੂਜ਼ ਕਰਨੀਆਂ। ਸੋ ਇਹ ਸਾਰਾ ਜਿਹੜੀ ਇਨਫੋਰਮੇਸ਼ਨ ਜਾਂਦੀ ਹੈ, ਇਹ ਡਿਸਾਈਡ ਕਰਦੀ ਹੈ ਕਿ ਉਸ ਏਰੀਆ ਵਿੱਚ ਕੀ ਜ਼ਰੂਰਤਾਂ ਨੇ। ਠੀਕ ਹੈ ਜੀ। ਮੈਂ ਕੁਛ ਕਮਿਊਨਿਟੀ ਦੇ ਵਿੱਚ ਗੱਲ ਕਰ ਰਿਹਾ ਸੀਗਾ, ਮੇਰੇ ਤੋਂ ਇੱਕ ਸਵਾਲ ਪੁੱਛਿਆ ਗਿਆ। ਉਹ ਕਹਿੰਦੇ ਠੀਕ ਹੈ, ਅਗਰ ਅਸੀਂ ਭਰ ਦਿੰਦੇ ਹਾਂ, ਜਿੱਦਾਂ ਕ੍ਰੈਡਿਟ ਬੋਰੋ, ਮੰਨ ਲਓ ਕਿ ਕ੍ਰੈਡਿਟ ਬੋਰੋ ਦੇ ਵਿੱਚ ਇਹ ਸਿੱਧ ਹੋ ਜਾਂਦਾ ਕਿ 200 ਜਿਹੜੇ ਜੀ ਨੇ, ਜਿਹਦੇ ਵਿੱਚ ਸਾਡੀਆਂ ਭੈਣਾਂ ਵੀ ਭਰਾ ਵੀ ਸਾਰੇ ਸ਼ਾਮਿਲ ਨੇ, 200 ਜੀ ਨੇ ਜਿਹੜੇ ਵਿਦਆਊਟ ਪੇਪਰਸ ਨੇ, ਤਾਂ ਹੋਮ ਆਫਿਸ ਨੂੰ ਜਾਂ ਕਿਸੇ ਨਾ ਕਿਸੇ ਨੂੰ ਜਾਂ ਸਰਕਾਰ ਨੂੰ ਪਤਾ ਲੱਗ ਗਿਆ ਕਿ ਇਸ ਬੋਰਡ ਦੇ ਵਿੱਚ ਇੰਨੇ ਬੰਦੇ ਨੇ ਵਿਦਆਊਟ ਪੇਪਰਸ ਨੇ, ਕੀ ਇਹ ਫਿਊਚਰ ਦੇ ਵਿੱਚ ਛਾਪੇ ਤਾਂ ਨਹੀਂ ਵੱਧ ਜਾਣਗੇ? ਜਾਂ ਕਿਸੇ ਤਰੀਕੇ ਦਾ ਉਹ ਡਰ ਬੜਾ ਜ਼ਰੂਰੀ ਹੈ, ਉਹ ਹਰ ਬੰਦਾ ਇਹ ਸਵਾਲ ਪੁੱਛਣਾ ਚਾਹੁੰਦਾ ਜੀ। ਨਹੀਂ, ਬਿਲਕੁਲ ਨਹੀਂ, ਕਿਉਂਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ, ਇਹ ਜਿਹੜੀ ਇਨਫੋਰਮੇਸ਼ਨ 100 ਸਾਲਾਂ ਤੱਕ ਨਹੀਂ ਦਿੱਤੀ ਜਾਏਗੀ। ਹਾਂ, ਇਹ ਪਬਲਿਸ਼ ਹੋਏਗਾ ਕਿ ਇੰਨਾ ਡੇਟਾ ਕਲੈਕਟ ਹੋਇਆ ਕਿ ਹੁਣ ਜਿਸ ਤਰ੍ਹਾਂ ਮੈਂ ਕੱਲ ਹੀ ਚੈੱਕ ਕਰ ਰਹੀ ਸੀ, ਜਿਹੜੀ 2011 ਵਿੱਚ ਸਾਡਾ ਹੋਇਆ ਸੀਗਾ ਸੈਂਸਸ, ਉਸ ਵਿੱਚ ਅਸੀਂ ਸਰਦਾਰਾਂ ਦੀ ਗਿਣਤੀ ਸੀ 430
83,000 something. They can other Asian ethnic which I see about 83,000 something ਸੀਗਾ. So ਉਹ ਜਿਹੜੀ ਇਨਫੋਰਮੇਸ਼ਨ ਹੈ ਉਹ ਵੀ ਕੈਨ ਪਬਲਿਸ਼ ਹੋਏਗੀ ਸਾਲ ਬਾਅਦ ਕਿ ਇੰਨੇ ਬੰਦੇ ਇੰਨੀ ਕਮਿਊਨਿਟੀ 'ਚ ਹੈਗੇ ਜਾਂ ਇੰਨੇ ਬੰਦੇ ਇਹ ਕੈਨ ਇਸ ਏਰੀਆ ਵਿੱਚ ਰਹਿੰਦੇ, ਪਰ ਐਨੀ ਇਹ ਕੈਨ ਪਬਲਿਸ਼ ਕੁਛ ਵੀ ਨਹੀਂ ਹੋਏਗਾ ਕਿ ਇਹ ਕੈਨ ਇਹ ਬੰਦੇ ਕੋਲ ਪੇਪਰਸ ਨਹੀਂ ਨੇ, ਸੋ ਇਸ ਏਰੀਆ ਵਿੱਚ ਤੁਸੀਂ ਜਾ ਕੇ ਇਸ ਬੰਦੇ ਨੂੰ ਪਕੜੋ। ਇਹ ਬਿਲਕੁਲ ਨਹੀਂ ਹੈ, ਇਹ 100 ਸਾਲਾਂ ਤੱਕ ਮੈਂ ਜਿਸ ਤਰ੍ਹਾਂ ਤੁਹਾਨੂੰ ਰਿਪੀਟ ਕਰ ਰਹੀ ਹਾਂ ਕਿ ਨਹੀਂ ਪਬਲਿਸ਼ ਹੋਏਗਾ। ਸੋ ਤੁਹਾਡੇ ਕਹਿਣ ਦੇ ਮੁਤਾਬਕ ਕਿਤੇ ਨਾ ਕਿਤੇ ਜਿਨ੍ਹਾਂ ਲੋਕਾਂ ਕੋਲ ਪੇਪਰਸ ਦੀ ਕਮੀ ਹੈ, ਅਗਰ ਉਹ ਆਪਣਾ ਸਰਵੇ ਨੂੰ ਭਰਦੇ ਨੇ, ਇਹ ਦੱਸਦੇ ਨੇ ਕਿ ਇਸ ਬੋਰੋ ਦੇ ਵਿੱਚ ਜਾਂ ਪੂਰੇ ਅਗਰ ਯੂਕੇ ਦੇ ਵਿੱਚ ਗੱਲ ਕਰੀਏ ਕਿ ਇੰਨੇ ਬੰਦੇ ਨੇ ਜਿਨ੍ਹਾਂ ਕੋਲ ਪੇਪਰ ਨਹੀਂ ਹੈਗੇ, ਤਾਂ ਕਿਤੇ ਨਾ ਕਿਤੇ ਆਉਣ ਵਾਲੇ ਟਾਈਮ ਵਿੱਚ ਉਹਨਾਂ ਵਾਸਤੇ ਫਾਇਦਾ ਹੋਏਗਾ ਕਿ ਸਰਕਾਰ ਨੂੰ ਇਹ ਪਤਾ ਲੱਗੇਗਾ, ਨਾਟ ਇਸ ਏਸ਼ੀਅਨ ਕਮਿਊਨਿਟੀ ਜਾਂ ਇੰਡੀਅਨ ਕਮਿਊਨਿਟੀ, ਸਾਰੀ ਕਮਿਊਨਿਟੀਜ਼ ਨੇ, ਕੈਰੇਬੀਅਨ ਕਮਿਊਨਿਟੀ 'ਚ ਕਿਤੇ ਵੀ ਦੇ, ਉਹਨਾਂ ਨੂੰ ਇਹ ਪਤਾ ਲੱਗੇਗਾ ਕਿ ਇੰਨੇ ਬੰਦੇ ਨੇ ਵਿਦਆਊਟ ਪੇਪਰਸ ਨੇ, ਕਿ ਕੀ ਅਸੀਂ ਕੋਈ ਉਪਰਾਲਾ ਕਰਕੇ ਇਹਨਾਂ ਨੂੰ ਪੱਕਿਆਂ ਕਰਨਾ, ਜਿੱਦਾਂ ਸੁਣਿਆ ਜਾਂਦਾ ਕਿ ਇਟਲੀ ਦੇ ਵਿੱਚ ਪੱਕੇ ਕੀਤੇ ਗਏ, ਜਰਮਨ 'ਚ ਪੱਕੇ ਕੀਤੇ ਗਏ, ਉਹ ਲੌਂਗ ਰਨ ਦੇ ਵਿੱਚ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਫਾਇਦਾ ਹੋ ਸਕਦਾ। ਹਾਂਜੀ, ਉਹਨਾਂ ਨੂੰ ਨਹੀਂ ਪਤਾ ਕਿ ਪੇਪਰਸ ਹੈਗੇ, ਬਟ ਹੁਣ ਕਾਫੀ ਲੋਕ ਹੈਗੇ ਨੇ ਜਿਹੜੇ ਆਪਣੇ ਆਪ ਨੂੰ ਪੱਕਾ ਕਰਨ ਦੀ ਟਰਾਈ ਕਰ ਰਹੇ ਨੇ। ਸੋ ਯੂ ਕੈਨ ਨੈਚੁਰਲੀ ਇਸ ਤਰ੍ਹਾਂ ਦੀ ਸਿਚੁਏਸ਼ਨ ਆ ਗਈ ਹੈ ਕਿ ਲੋਕੀ ਟਰੈਵਲ ਵੀ ਨਹੀਂ ਇੰਨਾ ਕਰ ਸਕਦੇ ਕਿਤੇ, ਸੋ ਯੂ ਕੈਨ ਗਵਰਨਮੈਂਟ ਨੂੰ ਉਹ ਵੀ ਦੇਖਣਾ ਪੈਂਦਾ ਹੈ ਕਿ ਯੂ ਕੈਨ ਅਸੀਂ ਇਹਨਾਂ ਨੂੰ ਵਾਪਸ ਵੀ ਕਿੱਥੇ ਭੇਜੀਏ। ਸੋ ਯੂ ਕੈਨ ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਗਵਰਨਮੈਂਟ ਨੂੰ ਵੀ ਸੋਚਣੀਆਂ ਪੈਂਦੀਆਂ ਕਿ ਯੂ ਕੈਨ ਅਸੀਂ ਯੂ ਕੈਨ ਇਸ ਸਿਚੁਏਸ਼ਨ ਵਿੱਚ ਆ ਤੇ ਅਸੀਂ ਕਿਸ ਤਰ੍ਹਾਂ ਹੈਲਪ ਕਰ ਸਕਦੇ ਹਾਂ। ਠੀਕ ਹੈ ਜੀ, ਤੁਹਾਡੇ ਜੋ ਤੁਸੀਂ ਐਡਵਾਈਸ ਦਿੱਤੀ ਉਹਦੇ ਅਕੋਰਡਿੰਗਲੀ ਕਿ ਜਿਹੜੇ ਸਾਰੇ ਆਪਣੇ ਜਿਹੜੇ ਕਮਿਊਨਿਟੀਜ਼ ਦੇ ਲੋਕ ਨੇ ਜਿਨ੍ਹਾਂ ਕੋਲ ਪੇਪਰ ਹੈ ਜਾਂ ਨਹੀਂ ਹੈ, ਰਿਗਾਰਡਲੈਸ ਉਹ ਇਹਨੂੰ ਭਰਨ, ਤਾਂ ਕਿ ਉਹਨਾਂ ਦੇ ਬੈਨੀਫਿਟ ਵਾਸਤੇ ਹੀ ਆਉਣ ਵਾਲੇ ਟਾਈਮ ਦੇ ਵਿੱਚ ਇਹ ਜਿਹੜੀਆਂ ਸਰਕਾਰ ਪਾਲਿਸੀ ਬਣਾ ਸਕਦੀ। ਜਿਸ ਤਰ੍ਹਾਂ ਕੈਨੇਡਾ ਦੇ ਵਿੱਚ ਏਅਰਪੋਰਟ 'ਤੇ ਜਾ ਕੇ ਪੰਜਾਬੀ ਲਿਖਿਆ ਹੁੰਦਾ, ਪੰਜਾਬੀ ਵਿੱਚ ਸਾਈਨ ਨੇ, ਕਿਉਂਕਿ ਉਹਨਾਂ ਨੂੰ ਪਤਾ ਆ ਕਿ ਉੱਥੇ ਦੀ ਸੈਂਸਸ ਦੇ ਹਿਸਾਬ ਨਾਲ ਕਿ ਇੱਥੇ ਪੰਜਾਬੀ ਦੀ ਗਿਣਤੀ ਜ਼ਿਆਦਾ ਆ। ਉਸੇ ਤਰ੍ਹਾਂ ਜਿਹੜੀ ਸਾਡੀ ਬੋਰੋਜ਼ ਨੇ, ਅਗਰ ਇਹਨਾਂ ਬੋਰੋਜ਼ ਦੇ ਵਿੱਚ ਪਤਾ ਲੱਗ ਜਾਏ ਕਿ ਪੰਜਾਬੀ ਦੀ ਗਿਣਤੀ ਜ਼ਿਆਦਾ ਹੈ, ਤਾਂ ਪੰਜਾਬੀਆਂ ਨੂੰ ਜਾਂ ਉਸ ਕਮਿਊਨਿਟੀਜ਼ ਨੂੰ ਉਹਦਾ ਫਾਇਦਾ ਦੇਣ ਲਈ ਸਰਕਾਰ ਜਾਂ ਜੋ ਲੋਕਲ ਕਾਉਂਸਲਸ ਨੇ ਕੋਈ ਨਾ ਕੋਈ ਸਕੀਮਾਂ ਟਾਈਮ ਟੂ ਟਾਈਮ ਕੱਢ ਸਕਦੀਆਂ, ਜਿਨ੍ਹਾਂ ਵਿੱਚ ਸਾਰਿਆਂ ਦਾ ਫਾਇਦਾ ਫਿਊਚਰ ਵਿੱਚ ਰਹੇਗਾ। ਇੱਕ ਸਵਾਲ ਹੋਰ, ਤੁਸੀਂ ਕਿਹਾ ਕਿ ਇਹ ਉਹਨਾਂ ਨੂੰ ਬਾਏ ਪੋਸਟ ਭੇਜੇ ਜਾਣਗੇ ਜਿਹਦੇ ਵਿੱਚ ਆਨਲਾਈਨ ਕੋਡ ਹੋਏਗਾ। ਹਾਂਜੀ, ਔਰ ਇਹ ਤੁਸੀਂ ਆਨਲਾਈਨ ਹੀ ਫਿਲ ਕਰਨਾ ਕਿਉਂਕਿ ਤੁਸੀਂ ਪੋਸਟ ਨਹੀਂ ਕਰ ਸਕਦੇ। ਨਹੀਂ, ਆਨਲਾਈਨ ਹੈਗਾ, ਡਿਜੀਟਲ ਫਸਟ ਹੈ, ਸੋ ਹਾਂਜੀ ਆਨਲਾਈਨ ਹੈਗਾ, ਲੇਕਿਨ ਜਿਹੜਾ ਲੋਕਾਂ ਕੋਲ ਸਹੂਲਤਾਂ ਨਹੀਂ ਨੇ ਔਰ ਯੂ ਕੈਨ ਉਹਨਾਂ ਕੋਲ ਜਿਸ ਤਰ੍ਹਾਂ ਸਾਡੇ ਯੂ ਕੈਨ ਸੀਨੀਅਰ ਸਿਟੀਜ਼ਨਸ ਨੇ, ਉਹ ਲੋਕ ਯੂ ਕੈਨ ਉਹਨਾਂ ਨੂੰ ਕੋਈ ਆਈਡੀਆ ਨਹੀਂ ਕਿ ਕਿਸ ਤਰ੍ਹਾਂ ਕਰਨਾ ਜਾਂ ਕੀ ਕਰਨਾ, ਉਹ ਲੋਕ ਜਦੋਂ ਐਕਸੈਸ ਕੋਡ ਆਏਗਾ ਉਹਦੇ ਨਾਲ ਹੀ ਇੱਕ ਟੈਲੀਫੋਨ ਨੰਬਰ ਵੀ ਆਏਗਾ, ਤੁਸੀਂ ਉਹ ਟੈਲੀਫੋਨ ਨੰਬਰ ਨੂੰ ਫੋਨ ਕਰੋ, ਆਟੋਮੇਟਿਡ ਲਾਈਨ ਹੈ, ਤੁਸੀਂ ਫੋਨ ਕਰੋ ਔਰ ਉਹਨਾਂ ਨੂੰ ਰਿਕੁਐਸਟ ਕਰੋ ਕਿ ਸਾਨੂੰ ਫਾਰਮਸ ਪੇਪਰ ਵਰਜ਼ਨ ਚਾਹੀਦੀ ਹੈ ਜੀ, ਤੇ ਨਾਲ ਅਗਰ ਤੁਹਾਨੂੰ ਯੂ ਕੈਨ ਆਪਣੀ ਲੈਂਗੁਏਜ ਵਿੱਚ ਬੁਕਲੈਟ ਚਾਹੀਦੀ ਹੈ, ਸਾਰੇ ਜਿਹੜੇ ਕੁਐਸਚਨਸ ਐਕਸਪਲੇਨ ਕਰਦੀ ਹੈ ਤੁਹਾਡੀ ਲੈਂਗੁਏਜ ਵਿੱਚ, ਤੁਸੀਂ ਉਹ ਵੀ ਰਿਕੁਐਸਟ ਕਰ ਸਕਦੇ ਹੋ। ਇਹਦੇ ਨਾਲ ਜਿਹੜਾ ਤੁਸੀਂ ਕਿਹਾ ਕਿ ਫੋਨ ਦੀ ਸਪੋਰਟ ਅਵੇਲੇਬਲ ਹੈ, ਕਈ ਸਾਡੇ ਜਿਹੜੇ ਬਜ਼ੁਰਗ ਨੇ ਉਹਨਾਂ ਕੋਲ ਜਿਹੜੇ ਪੁਰਾਣੇ ਸਟਾਈਲ ਦੇ ਫੋਨ ਨੇ, ਡੇਟਾ ਅਵੇਲੇਬਲ ਨਹੀਂ ਹੈ, ਸੋ ਓਬਵੀਅਸਲੀ ਉਹ ਫੋਨ 'ਤੇ ਨਹੀਂ ਭਰ ਸਕਦੇ, ਜਾਂ ਜਿਹੜੇ ਸਾਡੇ ਕਈ ਜਿੱਦਾਂ ਕਿ ਪੁਰਾਣੇ ਬੰਦੇ ਆਏ ਹੋਏ ਨੇ ਵਿਦਆਊਟ ਪੇਪਰ ਦੀ ਸਟਰਗਲ ਕਰ ਰਹੇ ਨੇ, ਉਹਨਾਂ ਕੋਲੇ ਵੀ ਇੰਗਲਿਸ਼ ਦੀ ਇੰਨੀ ਉਹਨਾਂ ਦੀ ਪਕੜ ਨਹੀਂ ਹੈਗੀ ਕਿ ਉਹਨੂੰ ਭਰ ਸਕਦੇ ਨੇ। ਅਗਰ ਉਹ ਫੋਨ ਕਰਦੇ ਨੇ, ਫੋਨ 'ਤੇ ਕੋਈ ਇੰਗਲਿਸ਼ ਵਿੱਚ ਜਵਾਬ ਮਿਲੇਗਾ, ਕੀ ਫੋਨ ਦੇ ਵਿੱਚ ਇੰਸਟੈਂਟਲੀ ਪੰਜਾਬੀ ਦੀ ਆਪਸ਼ਨ ਉਹ ਪੁੱਛਣਗੇ ਜਾਂ ਪੰਜਾਬੀ ਦੀ ਹੈਲਪ ਮਦਦ ਅਵੇਲੇਬਲ ਹੋਏਗੀ? ਨਹੀਂ, ਉਹ ਤੁਸੀਂ ਜਦੋਂ ਫੋਨ ਕਰੋਗੇ ਉਹ ਤੁਹਾਨੂੰ ਪੁੱਛਣਗੇ ਕਿਹੜੀ ਲੈਂਗੁਏਜ ਵਿੱਚ ਤੁਸੀਂ, ਉਹ ਮੀਨਸ ਜਿਸ ਤਰ੍ਹਾਂ ਆਟੋਮੇਟਿਡ ਰਿਕਾਰਡਿੰਗ ਹੁੰਦੀ ਹੈ ਕਿ ਤੁਸੀਂ ਅਗਰ ਇੰਗਲਿਸ਼ ਵਿੱਚ ਗੱਲ ਕਰਨੀ ਹੈ, ਹਿੰਦੀ ਵਿੱਚ ਗੱਲ ਕਰਨੀ ਹੈ, ਪੰਜਾਬੀ ਵਿੱਚ ਗੱਲ ਕਰਨੀ ਹੈ, ਤਮਿਲ ਵਿੱਚ ਗੱਲ ਕਰਨੀ, ਉਹ ਤੁਹਾਨੂੰ ਆਪਸ਼ਨਸ ਦੇਣਗੇ, ਸੋ ਤੁਸੀਂ ਵੀ ਜਿਹੜਾ ਤੁਹਾਨੂੰ ਆਪਸ਼ਨ ਹੈਗਾ ਤੁਸੀਂ ਉਹ ਪ੍ਰੈਸ ਕਰ। ਠੀਕ। ਜਿਹੜੇ ਘਰਾਂ ਤੋਂ ਫੋਨ ਕਰਨਗੇ ਲੈਂਡਲਾਈਨ ਤੋਂ, ਉਹਨਾਂ ਵਾਸਤੇ ਤਾਂ ਸ਼ਾਇਦ ਫ੍ਰੀ ਨੰਬਰ ਹੋਏਗਾ, ਪਰ ਜਿਹੜੇ ਸਾਡੇ ਵੀਰ ਘਰਾਂ ਵਿੱਚ ਕਿਸੇ ਕਾਰਨ ਕਰਕੇ ਫੋਨ ਨੰਬਰ ਨਹੀਂ ਲੈ ਸਕਦੇ ਡਿਊ ਟੂ ਵਾਟ ਐਵਰ ਰੀਜ਼ਨਸ, ਕੀ ਉਹਨਾਂ ਨੂੰ ਅਗਰ ਮੋਬਾਈਲ ਤੋਂ ਫੋਨ ਕਰਦੇ ਨੇ ਕੀ ਇਹ ਫ੍ਰੀ ਫੋਨ ਨੰਬਰ ਹੋਣਗੇ ਕਿ ਇਹ ਪੇਡ ਹੋਣਗੇ? Free phone numbers, there are 0800 numbers ne, so they are all free. Again मैं बैक फिर वही कन्फ्यूजन वाले क्वेश्चन ਤੇ ਆ ਰਿਹਾ ਕਿ ਅਗਰ ਮੇਰੇ ਕੋਲ ਪੇਪਰ ਨਹੀਂ ਹੈ, ਮੈਂ ਫ੍ਰੀ ਫੋਨ ਨੰਬਰ ਤੇ ਕਾਲ ਕਰਦੀ, ਕੀ ਉਹ ਮੇਰਾ ਫੋਨ ਨੰਬਰ ਰਿਕਾਰਡ ਕਰਕੇ ਰੱਖਣਗੇ ਕਿ ਇਸ ਨੰਬਰ ਤੋਂ ਕਾਲ ਆਈ ਸੀ ਔਰ ਆਹ ਬੰਦਾ ਇਦਾਂ ਪੁੱਛ ਰਿਹਾ ਸੀਗਾ, ਕੀ ਐਸਾ ਡਿਟੇਲ ਸ਼ੇਅਰ ਹੋਏਗੀ ਜਾਂ ਰਿਕਾਰਡ ਰੱਖਿਆ ਜਾਏਗਾ?
ਨਹੀਂ, ਬਿਲਕੁਲ ਨਹੀਂ। ਕੋਈ ਰਿਕਾਰਡਿੰਗਸ ਨਹੀਂ ਹੋਣਗੀਆਂ, ਕੋਈ ਡੇਟਾ ਸਟੋਰ ਨਹੀਂ ਹੋਏਗਾ। ਸੋ ਯੂ ਕੈਨ, ਜਦੋਂ ਤੁਸੀਂ ਫੋਨ ਕਰੋਗੇ ਦੂਸਰੇ ਸਾਈਡ ਤੋਂ ਬੰਦਾ ਫੋਨ ਪਿਕ ਕਰੇਗਾ, ਤੁਹਾਡੇ ਕੁਐਸਚਨਸ ਆਨਸਰ ਇਹ ਕਰੇਗਾ ਕਿ ਇਹ ਕੁਐਸਚਨ ਨੂੰ ਇਸ ਤਰ੍ਹਾਂ ਫਿਲ ਕਰਨਾ ਹੈ। ਉਹ ਕੋਈ ਡੇਟਾ ਨਹੀਂ ਲਏਗਾ ਤੁਹਾਡੇ ਕੋਲ ਕਿ ਕਿ ਤੁਹਾਡੇ ਕੋਲ ਤੁਸੀਂ ਕਿਹੜੇ ਨੈਸ਼ਨੈਲਿਟੀ ਹੋ ਜਾਂ ਕਿ ਤੁਹਾਡੇ ਕੋਲ ਕਿਹੜਾ ਪਾਸਪੋਰਟ ਹੈ, ਨਥਿੰਗ। ਉਹ ਕੁਛ ਨਹੀਂ ਪੁੱਛਣਗੇ ਤੁਹਾਨੂੰ। ਸੋ ਯੂ ਕੈਨ ਸਿੱਧਾ ਯੂ ਕੈਨ ਕਹਾਂਗੇ ਹਾਂਜੀ ਸਤਿ ਸ਼੍ਰੀ ਅਕਾਲ, ਤੁਹਾਨੂੰ ਯੂ ਕੈਨ ਕਿਹੜੇ ਕੁਐਸਚਨ ਦਾ ਤੁਹਾਨੂੰ ਪ੍ਰੋਬਲਮ ਹੋ ਰਹੀ ਹੈ। ਉਹ ਕਹਾਂਗੇ ਅੱਛਾ ਸਾਨੂੰ ਇਹ ਕੁਐਸਚਨ ਤੇ ਪ੍ਰੋਬਲਮ ਹੋ ਰਹੀ ਹੈ, ਉਹ ਤੁਹਾਨੂੰ ਉਹ ਕੁਐਸਚਨ ਕਹਾਂਗੇ ਅੱਛਾ ਇਹ ਇਸ ਤਰ੍ਹਾਂ ਦਾ ਆਨਸਰ ਦੇਣਾ, ਤੇ ਉਹ ਫਿਰ ਤੁਹਾਡੇ ਉੱਪਰ ਹੈ ਤੁਸੀਂ ਉਹਨੂੰ ਕਿਸ ਤਰ੍ਹਾਂ ਆਨਸਰ ਕਰਦੇ। ਸੋ ਜੋ ਤੁਹਾਡੇ ਜੋ ਹੁਣ ਤੁਸੀਂ ਐਕਸਪਲੇਨ ਕੀਤਾ ਉਹਦੇ ਮੁਤਾਬਕ ਫੋਰਮ ਦੇ ਵਿੱਚ ਜਾਂ ਫੋਨ ਕਾਲ ਦੇ ਵਿੱਚ ਕਿਸੇ ਵੀ ਹਾਊਸ ਹੋਲਡ ਦੀ ਜਾਂ ਇੰਡੀਵਿਜੂਅਲ ਦੀ ਨੈਸ਼ਨਲ ਆਇਡੈਂਟੀਟੀ ਨਹੀਂ ਪੁੱਛੀ ਜਾਣੀ, ਉਹਨਾਂ ਦੇ ਬਾਰੇ ਪੁੱਛਿਆ ਜਾਣਾ। ਉਹਨਾਂ ਦੇ ਬਾਰੇ ਵੀ ਨਹੀਂ ਪੁੱਛਿਆ ਜਾਏਗਾ, ਸਿਰਫ ਇਹ ਪੁੱਛਿਆ ਜਾਏਗਾ ਤੁਹਾਨੂੰ ਅਸੀਂ ਕਿਸ ਤਰ੍ਹਾਂ ਹੈਲਪ ਕਰ ਸਕਦੇ ਹਾਂ, ਤੁਹਾਨੂੰ ਕਿਸ ਤਰ੍ਹਾਂ ਦੇ ਕਿਹੜੇ ਕੁਐਸਚਨ ਤੇ ਜਾਂ ਕਿਹੜੇ ਚੀਜ਼ ਨਾਲ ਤੁਹਾਨੂੰ ਪ੍ਰੋਬਲਮ ਹੋ ਰਹੀ ਹੈ। ਨਹੀਂ, ਮੇਰਾ ਮਤਲਬ ਸੀ ਜਦੋਂ ਤੁਸੀਂ ਫੋਨ ਕਰਦੇ ਹੋ, ਫੋਨ ਨੂੰ ਛੱਡੋ, ਤੁਸੀਂ ਫਾਰਮ ਫਿਲ ਕਰ ਰਹੇ ਹੋ ਚਾਹੇ ਆਨਲਾਈਨ ਫਿਲ ਕਰ ਰਹੇ ਹੋ, ਆਨਲਾਈਨ ਦੇ ਵਿੱਚ ਤੁਹਾਡੀ ਨੈਸ਼ਨਲ ਆਇਡੈਂਟੀਟੀ ਨਹੀਂ ਪੁੱਛੀ ਜਾਏਗੀ, ਇਹ ਕਰੈਕਟ ਹੈ? ਨਹੀਂ, ਨੈਸ਼ਨਲ ਆਇਡੈਂਟੀਟੀ ਤਾਂ ਪੁੱਛੀ ਜਾਏਗੀ। ਸੋ ਉਹ ਵੀ ਹੁਣ ਨਹੀਂ ਕਹਿੰਦਾ ਪੁੱਛਾਂਗੇ ਵਾਟਸ ਯਰ ਨੈਸ਼ਨਲ ਆਇਡੈਂਟੀਟੀ, ਜਿਸ ਤਰ੍ਹਾਂ ਅਸੀਂ ਨਾਰਮਲ ਫਾਰਮ ਫਿਲ ਕਰਨੇ ਆ, ਉਹ ਕਹਾਂਗੇ ਆਰ ਯੂ ਐਨ ਏਸ਼ੀਅਨ, ਆਰ ਯੂ ਅਰੇਬਿਕ, ਆਰ ਯੂ ਬ੍ਰਿਟਿਸ਼, ਉਹ ਇੱਕ ਤੁਸੀਂ ਫਿਲ ਕਰਦੇ ਹੋ ਏਸ਼ੀਅਨ। ਫਿਰ ਤੁਹਾਨੂੰ ਤੁਹਾਡੀ ਐਥਨਿਕ ਪੁੱਛਦੇ ਨੇ ਕਿ ਤੁਸੀਂ ਕੀ ਹੋ, ਤੁਸੀਂ ਇੰਡੀਅਨ ਹੋ, ਤੁਸੀਂ ਅਰੇਬਿਕ ਹੋ, ਤੁਸੀਂ ਪਾਕਿਸਤਾਨੀ ਹੋ। ਸੋ ਤੁਸੀਂ ਇੰਡੀਅਨ ਫਿਲ ਕਰ ਸਕਦੇ ਹੋ, ਜਾਂ ਤੁਸੀਂ ਅਦਰ ਫਿਲ ਟਿਕ ਕਰਕੇ ਤੁਸੀਂ ਅਗਰ ਪੰਜਾਬੀ ਲਿਖ ਸਕਦੇ ਹੋ। ਫਿਰ ਨੈਕਸਟ ਆਉਂਦਾ ਹੈ ਰਿਲੀਜਨ, ਜਿਹੜਾ ਤੁਸੀਂ ਸਿੱਖ ਟਿਕ ਕਰ ਸਕਦੇ ਹੋ ਉੱਥੇ। ਔਰ ਫਿਰ ਆਉਂਦਾ ਕੁਐਸਚਨ ਤੁਸੀਂ ਤੁਸੀਂ ਕਿਹੜੀ ਲੈਂਗੁਏਜ ਵਿੱਚ ਬੋਲਦੇ ਹੋ। ਸੋ ਦੈਟਸ ਯੋਰ ਮਦਰ ਟੰਗ, ਸੋ ਤੁਸੀਂ ਲਿਖੋਗੇ ਪੰਜਾਬੀ। ਹੁਣ ਇਹਦੇ ਉੱਪਰ ਵੀ ਮੈਂ ਤੁਹਾਨੂੰ ਇੱਕ ਆਈਡੀਆ, ਇੱਕ ਐਗਜ਼ਾਮਪਲ ਦੇਣੀ ਆ। ਕੱਲ ਕਿਸੇ ਨੇ ਪੁੱਛਿਆ ਕਿ ਅੱਛਾ ਅਸੀਂ ਪੰਜਾਬੀ ਲਿਖਨੇ ਆ, ਪਰ ਕਈ ਲੋਕ ਲਿਖਣਗੇ ਗੁਰਮੁਖੀ। ਸੋ that is not your mother tongue, that's a script. Your mother tongue is Punjabi, that's a language. So you will write Punjabi and not Gurmukhi. ਜੀ, ਸੋ ਇਹਦਾ ਮਤਲਬ ਇਹ ਹੈ ਕਿ ਅਗਰ ਸੈਂਸਸ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਵਿਅਕਤੀ ਦਾ ਵੀਜ਼ਾ ਸਟੇਟਸ ਜਾਂ ਸਿਟੀਜ਼ਨਸ਼ਿਪ ਨਹੀਂ ਪੁੱਛੀ ਜਾਏਗੀ, ਐਥਨੀਸਿਟੀ ਪੁੱਛੀ ਜਾਏਗੀ, ਹਾਂਜੀ, ਜਾਂ ਲੈਂਗੁਏਜ ਪੁੱਛੀ ਜਾਏ, ਰਿਲੀਜਨ ਪੁੱਛਿਆ ਜਾਏਗਾ। ਸੋ ਇਹਦਾ ਮਤਲਬ ਇਹ ਹੈ ਕਿ ਅਗਰ ਜਦੋਂ ਤੁਸੀਂ ਕਿਹਾ ਕਿ ਤੁਸੀਂ ਸਿੱਖ ਹੋ, ਪਹਿਲੀ ਗੱਲ ਠੀਕ ਹੈ, ਅਗਰ 100 ਸਿੱਖ ਹੈ ਤਾਂ ਇਹ ਹੋ ਸਕਦਾ ਕਿ 300 ਪੰਜਾਬੀ ਲੈਂਗੁਏਜ ਵਾਲੇ ਹੋਣ, ਕਿਉਂਕਿ ਸਿੱਖ ਵੀ ਪੰਜਾਬੀ ਬੋਲ ਰਹੇ ਨੇ, ਜੋ ਪੰਜਾਬੀ ਹਿੰਦੂ ਵੀਰ ਨੇ ਉਹ ਵੀ ਪੰਜਾਬੀ ਬੋਲ ਰਹੇ ਨੇ, ਜੋ ਸਾਡੇ ਲਹਿੰਦੇ ਚੜ੍ਹਦੇ ਪੰਜਾਬ ਨੂੰ ਅਗਰ ਕੰਬਾਈਨ ਕਰੀ, ਜੋ ਪਾਕਿਸਤਾਨ ਦੇ ਜੋ ਮੁਸਲਿਮ ਵੀਰ ਨੇ ਉਹ ਵੀ ਪੰਜਾਬੀ ਬੋਲਦੇ ਨੇ। ਸੋ ਪੰਜਾਬੀ ਬੋਲਣ ਵਾਲਿਆਂ ਦੀ ਜਿਹੜੀ ਗਿਣਤੀ ਹੈ ਉਹ ਸ਼ਾਇਦ ਕਾਫੀ ਉੱਪਰ ਹੋ ਜਾਏਗੀ, ਤਾਂ ਰਿਲੀਜਨ ਵਾਲੀ ਘੱਟ ਹੋਏਗੀ। ਇਹ ਕਾਫੀ ਗੁੱਡ ਓਪਰਚੁਨਿਟੀ ਹੈ ਸਾਡੀ ਕਮਿਊਨਿਟੀ ਨੂੰ ਜੋੜਨ ਵਾਸਤੇ ਔਰ ਜੋ ਫਿਊਚਰ ਦੀ ਪਲਾਨਸ ਬਣਾਉਣ ਵਾਸਤੇ। ਪ੍ਰੋਗਰਾਮ ਨੂੰ ਨਾ ਲੰਬਾ ਕਰਦੇ ਹੋਏ ਜਸਟ ਆਖਰ ਵਿੱਚ ਸਮਰੀ ਦਿੰਦੇ ਹੋਏ ਕੁਝ ਦੋ ਸ਼ਬਦ। ਜਿਸ ਤਰ੍ਹਾਂ ਮੈਂ ਕਿਹਾ, ਇਹ ਕਾਫੀ ਵੱਡਾ ਪ੍ਰੋਜੈਕਟ ਹੈ, ਇਹ ਹਰ 10 ਸਾਲ ਬਾਅਦ ਹੁੰਦਾ ਹੈ। ਸੋ ਕਾਫੀ ਲੋਕਾਂ ਨੇ ਆਲਰੇਡੀ ਕੀਤਾ ਹੋਣਾ 10 ਸਾਲ ਪਹਿਲਾਂ, ਬਟ ਚੀਜ਼ਾਂ ਹੁਣ ਕਾਫੀ ਚੇਂਜ ਹੋ ਗਈਆਂ। ਸੋ ਤੁਹਾਡੇ ਸਾਰਿਆਂ ਨੂੰ ਰਿਕੁਐਸਟ ਹੈ ਕਿ ਪਲੀਜ਼ ਇਹ ਤੁਸੀਂ ਜ਼ਰੂਰ ਪੜ੍ਹੋ, ਔਰ ਆਪਣੀ ਡਰਨ ਦੀ ਲੋੜ ਨਹੀਂ ਹੈ ਕਿ ਤੁਸੀਂ ਆਪਣਾ ਡੇਟਾ ਦੇ ਰਹੇ ਹੋ ਕਿ ਕੱਲ ਕੋਈ ਇਹ ਡੇਟਾ ਲੀਕ ਹੋ ਗਿਆ। ਇਹ ਡੇਟਾ ਤੁਹਾਡਾ ਕਿੱਥੇ ਨਹੀਂ ਜਾਣਾ, ਇਹ ਤੁਹਾਡੇ ਵਾਸਤੇ ਸਿਕਿਉਰ ਹੈ 100 ਸਾਲਾਂ ਤੱਕ। ਤੇ ਇਹ 100 ਸਾਲਾਂ ਤੱਕ ਤੁਹਾਡੇ ਗ੍ਰੈਂਡ ਕਿਡਸ ਜਾਂ ਉਹਨਾਂ ਦੇ ਬੱਚੇ ਅਗਰ ਦੇਖਣਾ ਚਾਹਣ ਕਿ ਸਾਡੇ ਗ੍ਰੈਂਡ ਪੈਰੈਂਟਸ ਇਸ ਕੰਟਰੀ ਵਿੱਚ ਹੈਗੇ ਸੀ, ਉਹਨਾਂ ਦੀ ਕੀ 100 ਸਾਲਾਂ ਬਾਅਦ ਉਹਨਾਂ ਨੂੰ ਮਿਲੇਗੀ, ਉਹ ਹੁਣ ਨਹੀਂ, ਨੈਕਸਟ ਫਿਊ ਇਅਰਸ ਵਿੱਚ ਨਹੀਂ ਮਿਲੇਗੀ ਉਹਨਾਂ ਨੂੰ। ਜੀ, ਸਾਰੇ ਦਾ ਦਰਸ਼ਕਾਂ ਨੂੰ ਕਾਫੀ ਵਧੀਆ ਇਨਫੋਰਮੇਸ਼ਨ ਸੁਸ਼ੀਲ ਕੌਰ ਜੀ ਨੇ ਦਿੱਤੀ ਹੈ। ਇਹਦੇ ਨਾਲ ਹੀ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹਾਂਗਾ, ਅਗਰ ਤੁਹਾਡੇ ਦਿਮਾਗ ਵਿੱਚ ਇਹ ਪ੍ਰੋਗਰਾਮ ਦੇਖਦੇ ਹੋਏ ਕਈ ਤਰ੍ਹਾਂ ਦੇ ਸਵਾਲ ਆਏ ਹੋਣਗੇ, ਕਈ ਤਰ੍ਹਾਂ ਦੇ ਹੋਰ ਜਦੋਂ ਆਪਾਂ ਗੱਲ ਕਰਦੇ ਹਾਂ ਆਪਣੇ ਨਿਕਲ ਜਿਹਨਾਂ ਸਾਨੂੰ ਜਵਾਬ ਚਾਹੀਦੇ ਨੇ, ਅਗਰ ਤੁਹਾਡਾ ਕੋਈ ਵੀ ਸਵਾਲ ਹੋਏ ਤਾਂ ਲਿੰਕ ਦੇ ਵਿੱਚ ਸੁਸ਼ੀਲ ਕੌਰ ਚੌਧਰੀ ਜੀ ਦਾ ਤੁਹਾਨੂੰ ਅਸੀਂ ਈਮੇਲ ਨੰਬਰ ਜਾਂ ਆਪਣੇ ਚੈਨਲ ਦੇ ਵਿੱਚ ਸਾਨੂੰ ਤੁਸੀਂ ਈਮੇਲ ਜਾਂ ਮੈਸੇਜ ਕਰ ਸਕਦੇ ਹੋ। ਅਸੀਂ ਉਹਨਾਂ ਦਾ ਜਵਾਬ ਲੈ ਕੇ ਤੁਹਾਡੇ ਤੱਕ ਦੁਬਾਰਾ ਹਾਜ਼ਰ ਹੋਵਾਂਗੇ। ਅਗਰ ਜ਼ਰੂਰਤ ਪਈ ਤਾਂ ਇੱਕ ਹੋਰ ਪ੍ਰੋਗਰਾਮ ਹੀ ਤੁਹਾਡੇ ਜੋ ਸਵਾਲਾਂ ਨੂੰ ਲੈ ਕੇ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ। ਡੇਟ ਯਾਦ ਰੱਖਿਓ ਕਿ 21 ਮਾਰਚ ਨੂੰ ਇਹ ਹੋਣੀ ਜ਼ਰੂਰੀ ਹੈ। ਸੋ ਅਗਰ ਤੁਹਾਡੇ ਕਿਸੇ ਦੇ ਵੀ ਕੋਈ ਸਵਾਲ ਨੇ
ਤਾਂ ਸਾਨੂੰ ਸਬਮਿਟ ਕਰੋ, ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ 5 ਔਰ 7 ਜਿਹੜਾ ਪਹਿਲਾ ਵੀਕ ਐਂਡ ਹੈ ਮਾਰਚ ਦਾ, ਉਹਦੇ ਵਿੱਚ ਅਗਰ ਜ਼ਰੂਰਤ ਪਈ ਤਾਂ ਇਹਨਾਂ ਨੂੰ ਫਿਰ ਪ੍ਰੋਗਰਾਮ ਤੇ ਆਉਣਗੇ ਔਰ ਤੁਹਾਡੇ ਸਵਾਲਾਂ ਦੇ ਜਵਾਬ ਦੇਣਗੇ। ਸਾਰਿਆਂ ਦਾ ਔਰ ਸੁਸ਼ੀਲ ਕੌਰ ਜੀ ਦਾ ਧੰਨਵਾਦ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।